ਦੇ ਵਿੱਚ ਸੁਭਾਏ ਮਾਨ ਜੁਰ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ। ਆਪਾ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀ ਲਵਾ ਕੇ ਸਤਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਆਪਣੀਆਂ ਅਮੋਲਕ ਘੜੀਆਂ ਨੂੰ ਆਪਣੀਆਂ ਅਮੋਲਕ ਸਵਾਸਾਂ ਨੂੰ ਸਫਲਾ ਬਣਾਉਣਾ ਕਰ ਰਹੇ ਹਾਂ। ਅੱਜ ਦੇ ਹੁਕਮਨਾਮੇ ਦੇ ਵਿੱਚ ਸੋਰਠ ਰਾਗ ਦੇ ਵਿੱਚ ਪੰਚਮ ਪਾਸਾ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਸਮਝਾਉਣਾ ਕਰ ਰਹੇ ਨੇ। ਜੋ ਵੀ ਉਸ ਪਰਮਾਤਮਾ ਦੇ ਨਾਮ ਨੂੰ ਸਿਮਰਦਾ ਹੈ ਉਸ ਦੇ ਸ਼ਬਦ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਉਂਦਾ ਹੈ। ਗੁਰੂ ਉਹਨਾਂ ਦਾ ਹਰ ਥਾਂ ਤੇ ਰਖਵਾਲਾ ਹੁੰਦਾ ਹੈ। ਭਾਵੇਂ ਇਹ ਸੰਸਾਰ ਹੋਵੇ ਭਾਵੇਂ ਉਹ ਪਰਲੋਕ ਹੋਵੇ, ਉੱਥੇ ਵੀ ਗੁਰੂ ਉਹਨਾਂ ਦਾ ਮਦਦਗਾਰ ਬਣਦਾ ਹੈ। ਸਤਿਗੁਰੂ ਜੀ ਰਹਾਉ ਵਾਲੀਆਂ ਪੰਕਤੀਆਂ ਦੇ ਰਾਹੀਂ ਸਾਨੂੰ ਸਮਝਾਉਣਾ ਕਰ ਰਹੇ ਨੇ। ਗੁਰ ਕੇ ਚਰਨ ਉਪਰ ਬਲ ਜਾਈ। ਪਾਤਸ਼ਾਹ ਜੀ ਨੇ ਫਰਮਾਇਆ ਆਪਣੇ ਗੁਰੂ ਦੇ ਚਰਨਾਂ ਤੋਂ ਬਲਿਹਾਰ ਜਾਣਾ ਚਾਹੀਦਾ ਹੈ, ਸਦਕੇ ਜਾਣਾ ਚਾਹੀਦਾ ਹੈ। ਜੇ ਆਪਾਂ ਚਰਨਾਂ ਦੀ ਗੱਲ ਕਰੀਏ ਤਾਂ ਚਰਨਾਂ ਤੋਂ ਭਾਵ ਹੈ ਗੁਰੂ ਦੇ ਸ਼ਬਦ ਤੋਂ, ਗੁਰੂ ਦੀ ਸਿੱਖਿਆ ਤੋਂ ਸਾਨੂੰ ਕੁਰਬਾਨ ਜਾਣਾ ਚਾਹੀਦਾ ਹੈ, ਸਾਨੂੰ ਬਲਿਹਾਰ ਜਾਣਾ ਚਾਹੀਦਾ ਹੈ। ਇਹ ਹੱਡ ਮਾਸ ਵਾਲੇ ਚਰਨਾਂ ਦੀ ਗੱਲ ਨਹੀਂ। ਗੁਰਬਾਣੀ ਦੇ ਵਿੱਚ ਪਾਤਸ਼ਾਹ ਜੀ ਇਸ ਪ੍ਰਥਾਏ ਬਿਲਕੁਲ ਸਪਸ਼ਟ ਕਰਦੇ ਨੇ। ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਦਿਓ ਪਾਲ। ਪਾਤਸ਼ਾਹ ਜੀ ਸਮਝਾਉਂਦੇ ਨੇ ਇੱਕ ਗੱਲ ਆਪਣੇ ਪੱਲੇ ਨਾਲ ਬੰਨ ਲਈ। ਆਪਣੇ ਹਿਰਦੇ ਦੇ ਵਿੱਚ ਉਸ ਪਾਤਸ਼ਾਹ ਦੇ ਸ਼ਬਦ ਰੂਪੀ ਚਰਨਾਂ ਨੂੰ ਵਸਾ ਲਈ, ਉਹਨਾਂ ਤੋਂ ਤੂੰ ਬਲਿਹਾਰ ਜਾਈ। ਪਾਤਸ਼ਾਹ ਜੀ ਆਖਦੇ ਨੇ ਦਿਨਸ ਰੈਣ ਸਾਸ ਸਾਸ ਸੰਭਾਲੀ ਪੂਰਨ ਸਭਨੀ ਥਾਈ। ਪਾਤਸ਼ਾਹ ਜੀ ਸਮਝਾਉਣਾ ਕਰਦੇ ਨੇ ਦਿਨ ਰਾਤ ਹਰ ਇੱਕ ਸਵਾਸ ਦੇ ਨਾਲ ਉਸ ਪਰਮਾਤਮਾ ਨੂੰ ਸਿਮਰਨਾ ਕਰ ਜੋ ਸਭ ਥਾਈਂ ਸਰਬ ਵਿਆਪਕ ਹੈ। ਜਿਵੇਂ ਸਤਿਗੁਰੂ ਜੀ ਨੇ ਸਾਨੂੰ ਬਿਲਕੁਲ ਸ਼ੁਰੂ ਦੇ ਵਿੱਚ ਸਮਝਾਇਆ, ਇੱਕ ਓੰਕਾਰ। ਉਸ ਓੰਕਾਰ ਉਸ ਅਦੁੱਤੀ ਪਰਮਾਤਮਾ ਨੂੰ ਸਿਮਰਨਾ ਕਰ ਜੋ ਇੱਕ ਹੈ, ਸਾਰੀ ਸ੍ਰਿਸ਼ਟੀ ਦੇ ਵਿੱਚ ਆਪ ਵਿਰਾਜਮਾਨ ਹੈ। ਉਹ ਅਸੀਮ ਹੈ, ਉਸ ਦੀ ਕੋਈ ਸੀਮਾ ਨਹੀਂ। ਤੂੰ ਉਸ ਦਾ ਸਿਮਰਨ ਕਰ। ਜਦੋਂ ਤੂੰ ਉਸ ਦਾ ਸਿਮਰਨ ਕਰੇਗਾ ਤੇਰੇ ਦੁੱਖ ਦੂਰ ਹੋ ਜਾਣਗੇ, ਤੇਰੇ ਅੰਦਰੋਂ ਜਿਹੜੇ ਵਿਕਾਰ ਨੇ ਉਹ ਵੀ ਖਤਮ ਹੋ ਜਾਣਗੇ। ਪਾਤਸ਼ਾਹ ਜੀ ਆਪਣੀ ਬਾਣੀ ਦੇ ਰਾਹੀਂ ਸਾਨੂੰ ਸਮਝਾਉਂਦੇ ਨੇ ਜਿਸ ਸਿਮਰਤ ਦੁੱਖ ਡੇਰਾ ਟਹਿ। ਉਸ ਨੂੰ ਸਿਮਰ ਜਿਸ ਦਿਆਂ ਸਿਮਰਿਆ ਤੇਰਾ ਦੁੱਖਾਂ ਦਾ ਜਿਹੜਾ ਘਰ ਆਇਆ ਹੈ, ਤੇਰੇ ਉੱਤੇ ਜਿਹੜਾ ਹੜ੍ਹ ਆਇਆ ਹੈ ਉਹ ਵੀ ਟਹਿ ਜਾਏ, ਉਹ ਵੀ ਟੁੱਟ ਜਾਏ। ਜਿਸ ਸਿਮਰਤ ਜਮ ਕਛ ਨਾ ਕਹਿ। ਜਮ ਤੋਂ ਭਾਉ ਪਾਤਸ਼ਾਹ ਜੀ ਸਮਝਾਉਂਦੇ ਨੇ ਜਿਨ੍ਹਾਂ ਮਨੁੱਖਾਂ ਦੇ ਅੰਦਰ ਵਿਕਾਰ ਰੂਪੀ ਜਮ ਨੇ, ਉਸ ਨੂੰ ਸਿਮਰਦਿਆਂ ਜਿਹੜੇ ਵਿਕਾਰ ਰੂਪੀ ਜਮ ਨੇ ਇਹ ਵੀ ਦੂਰ ਹੋ ਜਾਂਦੇ ਨੇ। ਇਹਨਾਂ ਦਾ ਵੀ ਮਨੁੱਖ ਉੱਤੇ ਅਸਰ ਨਹੀਂ ਹੁੰਦਾ। ਪਾਤਸ਼ਾਹ ਜੀ ਸਮਝਾਉਣਾ ਕਰਦੇ ਨੇ ਜਿਸ ਸਿਮਰਤ ਹੋਤ ਸੁਪੇ ਹਰੇ। ਜਿਨ੍ਹਾਂ ਦਾ ਅੰਦਰ ਆਤਮਿਕ ਜੀਵਨ ਤੋਂ ਬਿਨਾ ਉਸ ਅਕਾਲ ਪੁਰਖ ਦੇ ਨਾਮ ਤੋਂ ਬਿਨਾ ਸੁੱਕ ਚੁੱਕਿਆ ਹੈ।
ਉਸ ਨੂੰ ਸਿਮਰਿਆ ਉਹਨਾਂ ਦਾ ਆਤਮਿਕ ਜੀਵਨ ਹਰਿਆ ਭਰਿਆ ਹੋ ਜਾਂਦਾ ਹੈ। ਉਸ ਪਰਮਾਤਮਾ ਦੀ ਸਿਫਤ ਸਲਾਹ ਦੇ ਵਿੱਚ ਉਹ ਸਿਮਰਨ ਕਰਕੇ ਜੁੜ ਜਾਂਦੇ ਨੇ। ਜਿਸ ਸਿਮਰਤ ਡੂਬਤ ਪਾਹਨ ਕਰੇ। ਡੂਬਤ ਪਾਹਨ ਤੋਂ ਭਾਉ ਇੱਥੇ ਕੀ ਪੱਥਰ ਤਾਰਨ ਵਾਲੀ ਗੱਲ ਨਹੀਂ। ਪਾਤਸ਼ਾਹ ਜੀ ਸਮਝਾਉਂਦੇ ਨੇ ਜੋ ਪੱਥਰ ਦਿਲ ਮਨੁੱਖ ਨੇ ਜਿਨ੍ਹਾਂ ਦੇ ਅੰਦਰ ਕਠੋਰਤਾ ਆ ਗਈ, ਜੋ ਕਿ ਅਹੰਕਾਰ ਦੇ ਵਿੱਚ ਜੀਵਨ ਜਿਉਂਦੇ ਨੇ। ਪਾਤਸ਼ਾਹ ਜੀ ਸਮਝਾਉਂਦੇ ਨੇ ਜਦੋਂ ਉਸ ਪਰਮਾਤਮਾ ਨੂੰ ਸਿਮਰਦੇ ਨੇ ਉਹਨਾਂ ਦਾ ਅੰਦਰ ਨਿਰਮਲ ਹੋ ਜਾਂਦਾ ਹੈ, ਕਠੋਰਤਾ ਦੂਰ ਹੋ ਜਾਂਦੀ ਹੈ। ਇਸ ਸੰਸਾਰ ਸਾਗਰ ਤੋਂ ਸਿਮਰਨ ਕੀਤਿਆਂ ਉਹ ਪਾਰ ਉਤਰ ਜਾਂਦੇ ਨੇ। ਪਾਤਸ਼ਾਹ ਜੀ ਸਾਨੂੰ ਸਪਸ਼ਟ ਕਰਦੇ ਪਏ ਨੇ ਉਸ ਦੀ ਸਿਮਰਨ ਉਸ ਦੀ ਬੰਦਗੀ ਕੀਤਿਆਂ ਹੀ ਦੁੱਖ ਵੀ ਨਾਸ ਹੁੰਦੇ ਨੇ, ਵਿਕਾਰ ਵੀ ਸਾਡੇ ਨੇੜੇ ਨਹੀਂ ਲੱਗਦੇ, ਆਤਮਿਕ ਜੀਵਨ ਵੀ ਸਾਨੂੰ ਮਿਲ ਜਾਂਦਾ ਹੈ, ਮਨੁੱਖ ਸੰਸਾਰ ਸਾਗਰ ਤੋਂ ਪਾਰ ਉਤਰ ਜਾਂਦਾ ਹੈ। ਪਰ ਹੁਕਮਨਾਮੇ ਦੇ ਵਿੱਚ ਪੰਚਮ ਪਾਤਸ਼ਾਹ ਜੀ ਕਹਿੰਦੇ ਨੇ ਇੱਥੋਂ ਤੱਕ ਹੀ ਨਹੀਂ, ਜੋ ਉਸ ਨੂੰ ਸਿਮਰਦੇ ਨੇ ਗੁਰੂ ਇਹਨਾਂ ਦਾ ਇੱਥੇ ਵੀ ਰਖਵਾਲਾ ਬਣਦਾ ਹੈ। ਤੇ ਪਰਲੋਕ ਦੇ ਵਿੱਚ ਜਿੱਥੇ ਕੋਈ ਮਦਦਗਾਰ ਨਹੀਂ ਉੱਥੇ ਵੀ ਗੁਰੂ ਰਖਵਾਲਾ ਬਣਦਾ ਹੈ। ਇੱਥੇ ਉੱਥੇ ਰਖਵਾਲਾ ਪ੍ਰਭ ਸਤਿਗੁਰ ਦੀਨ ਦਿਆਲਾ। ਉਹ ਅਕਾਲ ਪੁਰਖ ਪਰਮਾਤਮਾ ਦੀਨਾਂ ਦੇ ਉੱਤੇ ਦਇਆ ਕਰਨ ਵਾਲਾ ਹੈ, ਕਿਰਪਾ ਕਰਨ ਵਾਲਾ ਹੈ, ਗਰੀਬਾਂ ਦੇ ਉੱਤੇ ਬਖਸ਼ੀਸ਼ ਕਰਨ ਵਾਲਾ ਹੈ, ਦੁਖੀਆਂ ਦੇ ਦੁੱਖ ਹਰਨ ਵਾਲਾ ਹੈ। ਉਹ ਗੁਰੂ ਉਹ ਅਕਾਲ ਪੁਰਖ ਪਰਮਾਤਮਾ ਇਸ ਸੰਸਾਰ ਦੇ ਵਿੱਚ ਵੀ ਆਪਣੇ ਭਗਤ ਦੀ ਮਦਦ ਕਰਦਾ ਹੈ। ਜਿੱਥੇ ਕੋਈ ਉਸ ਦਾ ਮਦਦ ਵਾਲਾ ਨਹੀਂ ਉੱਥੇ ਵੀ ਉਹ ਗੁਰੂ ਮਦਦਗਾਰ ਬਣਦਾ ਹੈ। ਜੇ ਆਪਾਂ ਇਸ ਸੰਸਾਰ ਦੇ ਵਿੱਚ ਵਿਚਰਦਾ ਦੇਖੀਏ ਤਾਂ ਸਾਡੇ ਮਨ ਦੇ ਵਿੱਚ ਖਿਆਲ ਆਉਂਦਾ ਹੈ ਇੱਥੇ ਤਾਂ ਮੇਰੇ ਮਾਂ-ਬਾਪ ਮੇਰੀ ਮਦਦ ਕਰ ਦਿੰਦੇ ਨੇ, ਮੇਰੇ ਭਰਾ ਮੇਰੀ ਮਦਦ ਕਰ ਦਿੰਦੇ ਨੇ, ਮੇਰੇ ਪੁੱਤ ਮੇਰੀ ਮਦਦ ਦੇ ਵਾਸਤੇ ਹੈਗੇ ਨੇ। ਪਾਤਸ਼ਾਹ ਜੀ ਸਮਝਾਉਂਦੇ ਨੇ ਜਹ ਮਾਤ ਪਿਤਾ ਸੁਤ ਪਾਈ ਨਾ ਓਚੈ ਤਹਾਂ ਤਹਾਂ ਤੂੰ ਰੱਖਾ। ਜਿੱਥੇ ਤੇਰੇ ਮਾਂ-ਬਾਪ ਤੇਰੇ ਪੁੱਤਰ ਤੇਰੇ ਭਰਾ ਤੇਰੀ ਮਦਦ ਵਾਸਤੇ ਨਹੀਂ ਪਹੁੰਚ ਸਕਦੇ ਉੱਥੇ ਵੀ ਪਰਮਾਤਮਾ ਤੈਨੂੰ ਰੱਖਦਾ ਹੈ। ਬਾਣੀ ਦੇ ਵਿੱਚ ਹੀ ਸਾਨੂੰ ਉਦਾਹਰਣ ਵੀ ਮਿਲਦਾ ਹੈ। ਜਦੋਂ ਬੱਚਾ ਮਾਂ ਦੇ ਗਰਭ ਦੇ ਵਿੱਚ ਹੁੰਦਾ ਹੈ ਉਸ ਵੇਲੇ ਉਸ ਦੀ ਸਾਂਭ ਸੰਭਾਲ ਕਰਨ ਵਾਲਾ ਕੋਈ ਨਹੀਂ। ਉਹ ਮਾਂ ਦੇ ਗਰਭ ਦੇ ਵਿੱਚ ਹੈ, ਮਾਤਰ ਅਸੀਂ ਡਾਕਟਰ ਨੂੰ ਦਿਖਾ ਸਕਦੇ ਹਾਂ, ਨਾ ਉਸ ਨੂੰ ਅਸੀਂ ਸਿੱਧਾ ਕਰਕੇ ਸਵਾ ਸਕਦੇ ਹਾਂ, ਨਾ ਉਸ ਦੇ ਹੱਥਾਂ ਪੈਰਾਂ ਦੀ ਆਪਾਂ ਰਾਖੀ ਕਰ ਸਕਦੇ ਹਾਂ। ਪਰ ਪਾਤਸ਼ਾਹ ਜੀ ਸਮਝਾਉਂਦੇ ਨੇ ਕਿ ਉਸ ਅਕਾਲ ਪੁਰਖ ਨੇ ਨਾਮ ਦੀ ਇਹੋ ਜਿਹੀ ਬਖਸ਼ੀਸ਼ ਇਹੋ ਜਿਹੀ ਦਾਤ ਉਸ ਬੱਚੇ ਨੂੰ ਦਿੱਤੀ ਹੋਈ ਹੈ। ਉਹ ਗਰਭ ਦੇ ਵਿੱਚ ਉਸ ਪਰਮਾਤਮਾ ਦਾ ਨਾਮ ਦਾ ਸਿਮਰਨ ਕਰਦਾ ਹੈ। ਪਰਮਾਤਮਾ ਉਸ ਨੂੰ ਉਸ ਦੀ ਗਰਭ ਦੇ ਵਿੱਚ ਰਾਖੀ ਕਰਦਾ ਹੈ। ਬਚਨ ਪੰਚਮ ਪਾਤਸ਼ਾਹ ਜੀ ਨੇ ਸਮਝਾਏ ਨੇ ਸਾਨੂੰ ਮਾਤ ਗਰਭ ਮੈਂ ਆਪਨ ਸਿਮਰਨ ਦੇ। ਸਿਮਰਨ ਦੀ ਜਿਹੜੀ ਦਾਤ ਹੈ ਉਸ ਪਰਮਾਤਮਾ ਦੀ ਸਭ ਤੋਂ ਵੱਡੀ ਦਾਤ ਹੈ। ਕਿਸੇ ਵਡਭਾਗੀ ਨੂੰ ਇਹ ਦਾਤ ਪ੍ਰਾਪਤ ਹੁੰਦੀ ਹੈ। ਪਾਤਸ਼ਾਹ ਜੀ ਆਖਦੇ ਨੇ ਉਸ ਵੇਲੇ ਪਰਮਾਤਮਾ ਨੇ ਤੈਨੂੰ ਆਪਣੇ ਨਾਮ ਦੀ ਦਾਤ ਦਿੱਤੀ, ਤੂੰ ਨਾਮ ਨੂੰ ਜਪਿਆ। ਮਾਤ ਗਰਭ ਮੈਂ ਆਪਨ ਸਿਮਰਨ ਦੇ ਤਹਿ ਤੁਮ ਰਾਖਨ ਹਾਰੇ। ਸਮਝਾਉਂਦੇ ਨੇ ਉੱਥੇ ਵੀ ਤੈਨੂੰ ਰੱਖਣ ਵਾਲਾ ਉਹ ਪਰਮਾਤਮਾ ਉਹੀ ਤੇਰਾ ਮਦਦਗਾਰ ਬਣਿਆ।
ਤੇ ਜਦੋਂ ਤੂੰ ਇਸ ਸੰਸਾਰ ਦੇ ਵਿੱਚ ਆ ਜਾਏਗਾ, ਜੇ ਤੂੰ ਉੱਥੇ ਉਸ ਨਾਮ ਦਾ ਪੱਲਾ ਫੜਿਆ ਹੈ, ਇਸ ਸੰਸਾਰ ਦੇ ਵਿੱਚ ਆ ਕੇ ਵੀ ਤੂੰ ਪੱਲਾ ਨਾ ਛੱਡੀ। ਪਾਵਕ ਸਾਗਰ ਅਥਾ ਲਹਿਰ ਮਹਿ ਤਾਰੋ ਤਾਰਨ ਹਾਰੇ। ਇੱਕ ਹੀ ਬੇਨਤੀ ਆਪਣੇ ਗੁਰੂ ਦੇ ਅੱਗੇ ਕਰੀ। ਗੁਰੂ ਮਾਂ ਦੇ ਗਰਭ ਦੇ ਵਿੱਚ ਆਪ ਹੀ ਮੇਰੇ ਮਦਦਗਾਰ ਬਣਿਓ। ਜੇ ਮੈਂ ਹੁਣ ਇਸ ਪਾਵਕ ਤੋਂ ਪਾਉ ਹੈ ਵਿਕਾਰਾਂ ਰੂਪੀ ਸਾਗਰ ਦੇ ਵਿੱਚ ਆਇਆ ਹਾਂ, ਇਸ ਦੇ ਵਿੱਚ ਭਾਂਤ ਭਾਂਤ ਦੇ ਵਿਕਾਰ ਨੇ, ਭਾਂਤ ਭਾਂਤ ਦੀਆਂ ਵਿਕਾਰਾਂ ਦੀਆਂ ਅੱਗਾਂ ਨੇ। ਪਾਵਕ ਸਾਗਰ ਅਥਾ ਲਹਿਰ ਮਹਿ ਤਾਰੋ ਤਾਰਨ ਹਾਰੇ। ਕਿਰਪਾ ਕਰ ਦੇਣਾ ਇਸ ਪਾਵਕ ਰੂਪੀ ਸਾਗਰ ਤੋਂ, ਇਸ ਵਿਕਾਰ ਰੂਪੀ ਅੱਗਾਂ ਦੀਆਂ ਲਹਿਰਾਂ ਦੇ ਵਿੱਚ ਤੁਸੀਂ ਆਪ ਹੀ ਆਪਣੇ ਨਾਮ ਦੀ ਦਾਤ ਬਖਸ਼ ਕੇ ਮੈਨੂੰ ਇਸ ਸੰਸਾਰ ਸਮੁੰਦਰ ਤੋਂ ਪਾਰ ਕਰ ਦੇਣਾ। ਪਾਤਸ਼ਾਹ ਜੀ ਸਮਝਾਉਂਦੇ ਨੇ, ਮਾਧੋ ਤੂੰ ਠਾਕੁਰ ਸਿਰ ਮੋਰਾ, ਇਹਾਂ ਉਹਾਂ ਤੁਹਾਰੋ ਧੋਰਾ। हे मेरे माधो जी, हे मेरे परमात्मा जी, मेरे सिर दे उत्ते तू ही राखा है, तू ही मैनू रखण वाला है। मैनू इस संसार दे विच भी तेरा आसरा है, ते उस परलोक दे विच भी मैनू तेरा ही आसरा है। मात दे गर्भ दे विच जठन अगर दे विच तू ही मैनू रखिया। बचन पातशाह जी सानू समझाउंदे ने, मात गर्भ में अगन न जो है। समझाउना करदे ने, जे तू नाम जपिया मात दे गर्भ दे विच, उस जठर अगन ने तेरा कुछ नहीं बिगाड़िया। ਜਦੋਂ ਤੂੰ ਸੰਸਾਰ ਦੇ ਵਿੱਚ ਆਇਆ ਹੈ, ਫਿਰ ਤੂੰ ਨਾਮ ਦਾ ਪੱਲਾ ਫੜੀ। ਇਸ ਦੁਨੀਆ ਦੇ ਵਿੱਚ ਜੋ ਅੱਗਾਂ ਨੇ, ਕਾਮ ਕ੍ਰੋਧ ਲੋਭ ਮੋਹ ਨਾ ਪੋਹੈ। ਜੇ ਤੂੰ ਉਸ ਦੇ ਨਾਮ ਦਾ ਪੱਲਾ ਫੜੇਗਾ, ਇਹ ਵਿਕਾਰ ਰੂਪੀ ਅੱਗਾਂ ਕਾਮ ਕ੍ਰੋਧ ਲੋਭ ਮੋਹ, ਇਹਨਾਂ ਤੋਂ ਵੀ ਤੂੰ ਬਚ ਕੇ ਨਿਕਲ ਜਾਏਗਾ। ਪਾਤਸ਼ਾਹ ਜੀ ਸਪਸ਼ਟ ਸਾਨੂੰ ਆਖਦੇ ਨੇ, ਨਾਮ ਦਾ ਪੱਲਾ ਹੀ ਇੱਕ ਐਸਾ ਪੱਲਾ ਹੈ ਜੋ ਸਾਨੂੰ ਇਸ ਦੁਨੀਆਵੀ ਸਾਗਰ ਤੋਂ ਪਾਰ ਉਤਾਰ ਕੇ ਉਸ ਪਰਮਾਤਮਾ ਦੇ ਚਰਨਾਂ ਦੇ ਨਾਲ ਜੋੜ ਸਕਦਾ ਹੈ। ਬਚਨਾਂ ਦੇ ਰਾਹੀਂ ਸਤਿਗੁਰੂ ਜੀ ਸਾਨੂੰ ਹੁਕਮਨਾਮੇ ਦੇ ਰਾਹੀਂ ਸਮਝਾਉਂਦੇ ਨੇ। ਸਪਸ਼ਟ ਬਚਨ ਪਾਤਸ਼ਾਹ ਜੀ ਕਰਦੇ ਪਏ ਨੇ। दास अपने आप रखे, घट घट शब्द सुपाके। जेड़े गुरु दा पल्ला फड़दे ने, उस दे दास बन जाते ने, उस दी बाणी नूं सिमरदे ने। गुरु आप उन्हां दा रखवाला बनदा है, उन्हां नूं सोझी हो जाती है। हर एक घट दे विच, हर एक हिरदे दे विच ਉਹ ਪਰਮਾਤਮਾ ਆਪ ਨਿਵਾਸ ਕਰਦਾ ਹੈ। ਪਾਤਸ਼ਾਹ ਜੀ ਸਮਝਾਉਂਦੇ ਨੇ, ਆਪ ਸਹਾਈ ਹੋਇਆ ਇਸ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆਂ, ਉਹ ਫਿਰ ਆਪ ਮਦਦਗਾਰ ਬਣਦਾ ਹੈ। ਸੱਚੇ ਦਾ ਸੱਚਾ ਢੋਆ, ਢੋਏ ਤੋਂ ਭਾਵ ਹੈ ਆਪਾਂ ਕਿਸੇ ਚੀਜ਼ ਦਾ ਆਸਰਾ ਲੈ ਲੈਣਾ। ਜਿਵੇਂ ਹੁਣ ਆਪਾਂ ਕੰਧ ਦੇ ਨਾਲ ਆਪਣੀ ਪਿੱਠ ਲਾ ਕੇ ਬੈਠੇ ਹਾਂ, ਢੋ ਲਾ ਕੇ ਬੈਠੇ ਹਾਂ। ਪਾਤਸ਼ਾਹ ਜੀ ਸਮਝਾਉਂਦੇ ਨੇ, ਉਸ ਸੱਚੇ ਨਾਮ ਦੀ ਢੋ ਮੈਨੂੰ ਇਸ ਸੰਸਾਰ ਦੇ ਵਿੱਚ ਮਿਲ ਗਈ। ਉਸ ਨਾਮ ਦੀ ਢੋ ਨੇ ਹੀ ਮੇਰਾ ਪਾਰ ਉਤਾਰਾ ਕਰਨਾ ਹੈ। ਤੇਰੀ ਭਗਤ ਵਡਿਆਈ, ਭਗਤ ਤੇਰੇ ਨਾਮ ਦੀ ਵਡਿਆਈ ਕਰਦੇ ਨੇ, ਸਿਫਤ ਸਲਾਹ ਕਰਦੇ ਨੇ। ਇਹ ਸਿਫਤ ਸਲਾਹ ਦੀ ਦਾਤ, ਇਹ ਨਾਮ ਦੀ ਦਾਤ ਸਾਨੂੰ ਕਿੱਥੋਂ ਪ੍ਰਾਪਤ ਹੁੰਦੀ ਹੈ? ਗੁਰੂ ਸਾਹਿਬ ਜੀ ਸਮਝਾਉਂਦੇ ਨੇ, ਪਾਈ ਨਾਨਕ ਪ੍ਰਭ ਸਰਨਾਈ।
पंचम पातशाह जी आखदे ने इस दी प्राप्ति मैनू गुरु दी शरण दे विच जाया गुरु दी संगत दे विच जाया होई। जदों मैं गुरु दी संगत दे विच गया गुरु दे शब्द नूं सुनिया उस नूं अपने हिरदे दे विच वसाया फिर मैनू इस नाम दी प्राप्ति होई। बाणी दी सोची होई जिस दे करके मैं संसार दे विच विचरदियां होया विकारां तो मुक्त होके निर्मल अपना जीवन जिउना हाँ अते उस परमात्मा दा शुकराना करदा हाँ। सो आपा भी बाणी दा पल्ला फड़िए बाणी दे लड़ लगिए सतगुरु जी दी बाणी नूं आधार बना के अपना जीवन जीउण दी कोशिश करिए ताकि विकारां तो मुक्त होके निर्मल जीवन जी के आपा इस संसार दे विचों उस परमात्मा दे चरना तक पहुँचिए। विचारां करदियां होइयां भुलां कतियां दी क्षमा बख्शनी साध संगत अते गुरु बख्शण जोग है। बुलाओ जी फतेह वाहिगुरू जी का खालसा वाहिगुरू जी की फतेह। जपो